ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸੁਪਰ ਵੀਜ਼ਾ ਵਾਲਿਆਂ ਨੂੰ ਮੈਡੀਕਲ ਇੰਸ਼ੋਰੈਂਸ 'ਚ ਮਿਲੀ ਰਾਹਤ, ਹੁਣ ਕਿਸ਼ਤਾਂ ਵਿੱਚ ਦੇ ਸਕਦੇ ਹਨ ਮੈਡੀਕਲ ਇੰਸ਼ੋਰੈਂਸ। ਜਗਮੀਤ ਸਿੰਘ ਦੀ ਧਮਕੀ ਤੇ ਟਰੂਡੋ ਦਾ ਬਿਆਨ, ਹੈਲਥ ਸੰਕਟ ਤੋਂ ਬਾਅਦ ਘਿਰੀ ਸਰਕਾਰ। ਭਾਰੀ ਸਨੋ ਪੈਣ ਦੀ ਚੇਤਾਵਨੀ, ਜਾਣੋ ਕਿਹੜੇ ਹਿੱਸੇ ਹੋਣਗੇ ਪ੍ਰਭਾਵਿਤ। ਜਿਮ ਕਾਰ ਨੂੰ ਟਰੂਡੋ ਦੀ ਸ਼ਰਧਾਂਜਲੀ, ਟਰੂਡੋ ਨੇ ਜਿਮ ਨੂੰ ਕੀਤਾ ਯਾਦ। ਸੁਪਰ ਵੀਜ਼ਾ ਵਾਲਿਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਬਿਨੇਕਾਰਾਂ ਨੂੰ ਰਾਹਤ ਮਿਲਣ ਜਾ ਰਹੀ ਹੈ। ਵਿਭਾਗ ਵੱਲੋਂ ਇੰਸ਼ੋਰੈਂਸ ਸੰਬੰਧੀ ਰਾਹਤ ਦੇਣ ਦਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਇੰਸ਼ੋਰੈਂਸ ਕਿਸ਼ਤਾਂ ਵਿੱਚ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਬਿਨੇਕਾਰ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦਿੱਤੇ ਤੇ ਹੁਣ ਵੱਡੀ ਰਾਹਤ ਉਹਨਾਂ ਨੂੰ ਮਿਲ ਚੁੱਕੀ ਹੈ। ਸੁਪਰ ਵੀਜ਼ਾ ਵਾਲਿਆਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ ਸੁਪਰ ਵੀਜ਼ਾ ਵਾਸਤੇ ਮੈਡੀਕਲ ਇੰਸ਼ੋਰੈਂਸ ਬਿਨੇਕਾਰ ਕਿਸ਼ਤਾਂ ਵਿੱਚ ਦੇ ਸਕਦੇ ਨੇ। ਇਸ ਤੋਂ ਇਲਾਵਾ ਸੁਪਰ ਵੀਜ਼ਾ ਦੇ ਉੱਪਰ ਜਿਹੜੇ ਮਾਂ-ਬਾਪ ਹੋਣਗੇ ਉਹ 5 ਸਾਲ ਇਕੱਠੇ ਹੀ ਕੈਨੇਡਾ ਵਿੱਚ ਰਹਿ ਸਕਦੇ ਹਨ। ਇਸ ਬਾਰੇ ਤਾਂ ਵਿਭਾਗ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ। ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ, ਉਸ ਵਿੱਚ ਪਤਾ ਚੱਲਿਆ ਹੈ ਕਿ ਸੁਪਰ ਵੀਜ਼ਾ ਵਾਸਤੇ ਅਰਜ਼ੀ ਦੇਣ ਵਾਲੇ ਬਿਨੇਕਾਰ ਹੁਣ ਕਿਸ਼ਤਾਂ ਵਿੱਚ ਮੈਡੀਕਲ ਇੰਸ਼ੋਰੈਂਸ ਦੇ ਸਕਦੇ ਹਨ, ਜੋ ਕਿ ਬਿਨੇਕਾਰਾਂ ਵਾਸਤੇ ਇੱਕ ਵੱਡੀ ਰਾਹਤ ਦੀ ਖਬਰ ਹੈ। ਅਗਸਤ ਮਹੀਨੇ ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੁਪਰ ਵੀਜ਼ਾ ਦੀ ਅਰਜ਼ੀ ਦੇਣ ਸਮੇਂ ਸਾਰੀ ਮੈਡੀਕਲ ਇੰਸ਼ੋਰੈਂਸ ਫੀਸ ਇਕੱਠੀ ਭਰਨ ਦੀ ਸ਼ਰਤ ਲਗਾ ਦਿੱਤੀ, ਜਿਸ ਤੋਂ ਬਾਅਦ ਬਿਨੇਕਾਰ ਕਾਫੀ ਪਰੇਸ਼ਾਨ ਹੋ ਗਏ। ਇਸ ਤੋਂ ਬਾਅਦ ਮੰਗ ਹੋਣ ਲੱਗੀ ਕਿ ਨਿਯਮਾਂ ਵਿੱਚ ਤਬਦੀਲੀ ਕੀਤੀ ਜਾਵੇ। ਬਹੁਤ ਸਾਰੇ ਬਿਨੇਕਾਰ ਆਪਣੀ ਪਰੇਸ਼ਾਨੀ ਵੀ ਦੱਸਦੇ ਹੋਏ ਦਿਖਾਈ ਦਿੱਤੇ। ਇਮੀਗ੍ਰੇਸ਼ਨ ਮਾਹਰ ਵੱਲੋਂ ਇਸ ਸੰਬੰਧੀ ਇੱਕ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਸੀ। ਇਸ ਨਾਲ ਬਿਨੇਕਾਰਾਂ ਨੂੰ ਹਜ਼ਾਰਾਂ ਡਾਲਰ ਇਕੱਠੇ ਭਰਨੇ ਪੈਂਦੇ ਸਨ, ਜਿਸ ਨਾਲ ਉਹਨਾਂ ਦੇ ਆਰਥਿਕ ਬੋਝ ਵੀ ਪੈ ਰਿਹਾ ਸੀ। ਦੱਸ ਦੇਈਏ, ਸੁਪਰ ਵੀਜ਼ਾ ਤੇ ਆਏ ਬਿਨੇਕਾਰਾਂ ਨੂੰ ਮੈਡੀਕਲ ਸਹੂਲਤਾਂ ਨਹੀਂ ਮਿਲਦੀਆਂ, ਜਿਸ ਲਈ ਉਹ ਇੰਸ਼ੋਰੈਂਸ ਲੈਂਦੇ ਹਨ। ਨਿਯਮਾਂ ਮੁਤਾਬਕ ਬਿਨੇਕਾਰਾਂ ਨੂੰ ਕੈਨੇਡਾ ਵਿੱਚ ਆਉਣ ਤੋਂ 1 ਸਾਲ ਦੇ ਸਮੇਂ ਤੱਕ ਦੀ ਕਿਸੇ ਵੀ ਕੈਨੇਡੀਅਨ ਕੰਪਨੀ ਤੋਂ ਘੱਟ $1 ਲੱਖ ਦੀ ਇੰਸ਼ੋਰੈਂਸ ਲੈਣੀ ਪੈਂਦੀ ਹੈ ਤੇ ਇਸ ਨੂੰ ਸਬੂਤ ਵਜੋਂ ਰੱਖਣਾ ਪੈਂਦਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੂਨ ਮਹੀਨੇ ਦੌਰਾਨ ਐਲਾਨ ਕੀਤੇ ਗਏ ਨਵੇਂ ਨਿਯਮਾਂ ਤਹਿਤ ਕੈਨੇਡੀਅਨ ਕੰਪਨੀ ਤੋਂ ਮੈਡੀਕਲ ਇੰਸ਼ੋਰੈਂਸ ਲੈਣਾ ਲਾਜ਼ਮੀ ਨਾ ਹੋਣ ਅਤੇ ਬਿਨੇਕਾਰਾਂ ਵੱਲੋਂ ਆਪਣੇ ਦੇਸ਼ ਦੀਆਂ ਕੰਪਨੀਆਂ ਤੋਂ ਵੀ ਇੰਸ਼ੋਰੈਂਸ ਲੈ ਸਕਣ ਦੀ ਗੱਲ ਕਹੀ ਗਈ ਸੀ। ਪਰ ਫਿਲਹਾਲ ਵਿਭਾਗ ਨੇ ਇਹਨਾਂ ਕਾਪੀਆਂ ਦੀ ਲਿਸਟ ਜਾਰੀ ਨਹੀਂ ਕੀਤੀ। ਵਿਭਾਗ ਦੀ ਵੈਬਸਾਈਟ ਤੇ ਫਿਲਹਾਲ ਕੈਨੇਡੀਅਨ ਕੰਪਨੀ ਤੋਂ ਹੀ ਇੰਸ਼ੋਰੈਂਸ ਲੈਣ ਦੀ ਗੱਲ ਕਹੀ ਗਈ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀ ਦਿੱਤੀ ਤਾਂ ਫਿਰ ਅੱਗਿਓਂ ਪ੍ਰਧਾਨ ਮੰਤਰੀ ਦਾ ਵੀ ਜਵਾਬ ਆਇਆ ਹੈ। ਦਰਅਸਲ ਹੈਲਥ ਸੰਕਟ ਦੇ ਮੱਦੇਨਜ਼ਰ ਜਗਮੀਤ ਸਿੰਘ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਇਹ ਸੁਲਝਾਇਆ ਨਹੀਂ ਗਿਆ ਤਾਂ ਉਹ ਆਪਣਾ ਸਮਰਥਨ ਵਾਪਸ ਲੈ ਸਕਦੇ ਨੇ। ਇਸ ਉੱਪਰ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਬਿਆਨ ਸਾਹਮਣੇ ਆਇਆ। ਕੀ ਕਹਿਣਾ ਹੈ ਟਰੂਡੋ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਜਗਮੀਤ ਸਿੰਘ ਨੇ ਟਰੂਡੋ ਨੂੰ ਧਮਕੀ ਦਿੱਤੀ। ਇਹ ਧਮਕੀ ਸਮਰਥਨ ਦੇ ਨਾਲ ਜੁੜੀ ਹੋਈ ਹੈ। ਹੈਲਥਕੇਅਰ ਸੰਕਟ ਨੂੰ ਲੈ ਕੇ ਜਗਮੀਤ ਸਿੰਘ ਨੇ ਟਰੂਡੋ ਨੂੰ ਸਮਰਥਨ ਸਮਝੌਤੇ ਤੋਂ ਪਿੱਛੇ ਹਟਣ ਦੀ ਧਮਕੀ ਦਿੱਤੀ ਹੈ। ਪ੍ਰੀਮੀਅਰਸ ਹੈਲਥਕੇਅਰ ਫੰਡਿੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਟਰੂਡੋ ਨਾਲ ਮੁਲਾਕਾਤ ਦੀ ਮੰਗ ਕਰ ਰਹੇ ਨੇ। ਦਰਅਸਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਟਰੂਡੋ ਸਰਕਾਰ ਹੈਲਥਕੇਅਰ ਸੰਕਟ ਨਾਲ ਨਜਿੱਠਣ ਵਾਸਤੇ ਕੋਈ ਕਾਰਵਾਈ ਨਹੀਂ ਕਰਦੀ ਤਾਂ ਐਨਡੀਪੀ ਸਾਲ 2025 ਤੱਕ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਵਾਸਤੇ ਕੀਤੇ ਸਮਝੌਤੇ ਤੋਂ ਪਿੱਛੇ ਹਟ ਜਾਵੇਗੀ। ਮਾਰਚ ਮਹੀਨੇ ਵਿੱਚ ਐਨਡੀਪੀ ਦੀਆਂ ਕੁਝ ਮੁੱਖ ਤਰਜੀਹਾਂ, ਜਿਸ ਵਿੱਚ ਹੈਲਥ ਕੇਅਰ ਵੀ ਸ਼ਾਮਿਲ ਹੈ, ਉਸ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ ਲਿਬਰਲ ਸਰਕਾਰ ਨੇ ਸਾਲ 2025 ਤੱਕ ਐਨਡੀਪੀ ਦਾ ਸਮਰਥਨ ਹਾਸਲ ਕੀਤਾ ਸੀ। ਭਾਵੇਂ ਸਮਝੌਤੇ ਦੀਆਂ ਕੁਝ ਸ਼ਰਤਾਂ ਕਾਫੀ ਸਪਸ਼ਟ ਹਨ, ਪਰ ਹੈਲਥ ਕੇਅਰ ਵਾਸਤੇ ਵਾਧੂ ਨਿਰੰਤਰ ਨਿਵੇਸ਼ ਦਾ ਜ਼ਿਕਰ ਹੈ, ਪਰ ਇਸ ਵਾਸਤੇ ਕੋਈ ਸਪਸ਼ਟ ਰਾਸ਼ੀ ਜਾਂ ਫਿਰ ਸਪਸ਼ਟ ਮਿਆਦ ਸ਼ਾਮਿਲ ਨਹੀਂ ਹੈ। ਔਟਵਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਹੈਲਥ ਕੇਅਰ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਆਪਣਾ ਸਮਰਥਨ ਵਾਪਸ ਲੈਣ ਦਾ ਪੂਰਾ ਹੱਕ ਰੱਖਦੇ ਹਾਂ। ਕੈਨੇਡੀਅਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਪ੍ਰੋਵਿੰਸਸ ਨੂੰ ਹੈਲਥ ਕੇਅਰ ਵਾਸਤੇ ਵਧੇਰੇ ਫੰਡਿੰਗ ਦੇਣ ਦੀ ਰਜ਼ਾਮੰਦਗੀ ਦਾ ਪ੍ਰਗਟਾਵਾ ਕਰ ਚੁੱਕੇ ਨੇ, ਪਰ ਉਹ ਜਾਣਨਾ ਚਾਹੁੰਦੇ ਹਨ ਕਿ ਸਰਕਾਰ ਇਸ ਦੇ ਨਤੀਜੇ ਵਜੋਂ ਸਿਸਟਮ ਵਿੱਚ ਸੁਧਾਰ ਦੇਖੇਗੀ। ਹੁਣ ਜਗਮੀਤ ਸਿੰਘ ਸਮਝੌਤੇ ਤੋਂ ਹਟਦੇ ਹਨ ਜਾਂ ਫਿਰ ਨਹੀਂ, ਇਸ ਬਾਰੇ ਟਰੂਡੋ ਨੇ ਕਿਹਾ ਕਿ ਹੈਲਥਕੇਅਰ ਸੰਕਟ ਐਨਡੀਪੀ ਨਾਲ ਕੀਤੇ ਕਿਸੇ ਵੀ ਸਮਝੌਤੇ ਨਾਲੋਂ ਵੱਡਾ ਹੈ। ਮੈਂ ਸੋਚਦਾ ਹਾਂ ਕਿ ਜੇਕਰ ਇੰਨੇ ਸਾਰੇ ਕੈਨੇਡੀਅਨਸ ਵਾਸਤੇ ਹੈਲਥ ਕੇਅਰ ਇਸ ਤਰ੍ਹਾਂ ਸੰਕਟ ਵਾਲੀ ਸਥਿਤੀ ਬਣ ਰਹੀ ਹੈ ਤਾਂ ਐਨਡੀਪੀ ਦੇ ਨਾਲ ਇੱਕ ਵਿਵਸਥਾ ਸਾਡੇ ਵਾਸਤੇ ਬਹੁਤ ਛੋਟੀ ਚਿੰਤਾ ਹੈ। ਜਦੋਂ ਤੱਕ ਅਸੀਂ ਆਪਣੇ ਹੈਲਥ ਕੇਅਰ ਪ੍ਰਣਾਲੀ ਵਿੱਚ ਸੁਧਾਰ ਨਹੀਂ ਕਰਦੇ, ਉਦੋਂ ਤੱਕ ਕੈਨੇਡੀਅਨਸ ਸਾਡੇ ਦੇਸ਼ ਵਿੱਚ ਸਾਡੀਆਂ ਸੰਸਥਾਵਾਂ ਵਿੱਚ ਇੱਕ ਦੂਜੇ ਲਈ ਮੌਜੂਦ ਰਹਿਣ ਦੀ ਸਾਡੀ ਯੋਗਤਾ ਵਿੱਚ ਵਿਸ਼ਵਾਸ ਗਵਾਉਣਾ ਸ਼ੁਰੂ ਕਰ ਦੇਣਗੇ। ਜਗਮੀਤ ਸਿੰਘ ਨੇ ਕਿਹਾ ਕਿ ਉਹ ਦੇਸ਼ ਭਰ ਦੇ ਵਿੱਚ ਬੱਚਿਆਂ ਦੇ ਹਸਪਤਾਲਾਂ ਅੰਦਰ ਵੱਧ ਰਹੇ ਮਾਮਲਿਆਂ ਤੋਂ ਫਿਕਰਮੰਦ ਹਨ।
ਹਸਪਤਾਲਾਂ ਵਿੱਚ ਬਿਮਾਰ ਬੱਚਿਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਜਗਮੀਤ ਸਿੰਘ ਨੇ ਹਾਊਸ ਆਫ ਕਾਮਨਸ ਵਿੱਚ ਐਮਰਜੈਂਸੀ ਬਹਿਸ ਦੀ ਵੀ ਮੰਗ ਕੀਤੀ। ਉਹ ਕਹਿੰਦੇ ਨੇ ਕਿ ਅਸੀਂ ਬਹੁਤ ਕਸੂਤੀ ਸਥਿਤੀ ਵਿੱਚ ਹਾਂ, ਸਾਡੇ ਬੱਚੇ ਇਸ ਸਮੇਂ ਜ਼ੋਖਮ ਵਿੱਚ ਨੇ। ਕੈਨੇਡਾ ਦੇ ਕੁਝ ਹਿੱਸਿਆਂ ਵਾਸਤੇ ਮੌਸਮ ਸੰਬੰਧੀ ਇੱਕ ਵਾਰ ਫਿਰ ਤੋਂ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿੱਥੇ ਕਈ ਹਿੱਸੇ ਭਾਰੀ ਸਨੋ ਦੇ ਕਾਰਨ ਪ੍ਰਭਾਵਿਤ ਹੋਣਗੇ। ਰਸਤਿਆਂ ਉੱਪਰ ਵਿਜ਼ਿਬਿਲਟੀ ਵੀ ਪ੍ਰਭਾਵਿਤ ਹੋਵੇਗੀ, ਜਿਸ ਬਾਰੇ ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਿਹੜੇ ਹਿੱਸੇ ਹੁਣ ਪ੍ਰਭਾਵਿਤ ਹੋਣ ਵਾਲੇ ਹਨ। ਓਨਟਾਰੀਓ ਦੇ ਕੁਝ ਹਿੱਸਿਆਂ ਵਿੱਚ ਭਾਰੀ ਸਨੋ ਪੈਣ ਵਾਲੀ ਹੈ, ਜਿਸ ਬਾਰੇ ਮੌਸਮ ਵਿਭਾਗ ਵੱਲੋਂ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਭਾਰੀ ਸਨੋ ਦੇ ਕਾਰਨ ਕਿਹੜੇ ਹਿੱਸੇ ਪ੍ਰਭਾਵਿਤ ਹੋਣਗੇ। ਵਿਭਾਗ ਦੇ ਦੱਸਣ ਮੁਤਾਬਕ ਸਦਰਨ ਓਨਟਾਰੀਓ ਦੇ ਕੁਝ ਹਿੱਸਿਆਂ ਵਿੱਚ 25 ਸੈਂਟੀਮੀਟਰ ਤੱਕ ਸਨੋ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਟੋਰਾਂਟੋ ਖੇਤਰ ਵਿੱਚ ਸਨੋ ਸਟਾਰਮ ਆਉਣ ਦੀ ਵੀ ਚੇਤਾਵਨੀ ਦਿੱਤੀ ਜਾ ਰਹੀ ਹੈ, ਜੋ ਕਿ ਇੱਥੇ ਵਾਧਾ ਹੋਇਆ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਕੁਝ ਹਿੱਸਿਆਂ ਵਿੱਚ ਕੁਝ ਘੰਟਿਆਂ ਦੌਰਾਨ ਹੀ 5 ਤੋਂ 10 ਸੈਂਟੀਮੀਟਰ ਤੱਕ ਸਨੋ ਪੈ ਸਕਦੀ ਹੈ, ਜਿਸ ਕਾਰਨ ਰਸਤਿਆਂ ਉੱਪਰ ਆਵਾਜਾਈ ਪ੍ਰਭਾਵਿਤ ਹੋਵੇਗੀ। ਵਿਭਾਗ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਵੀ ਚੱਲਣਗੀਆਂ, ਜਿਨ੍ਹਾਂ ਦੀ ਗਤੀ 60 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਦੱਸੀ ਜਾ ਰਹੀ ਹੈ। ਇਸ ਦਾ ਅਸਰ ਵਿਜ਼ਿਬਿਲਟੀ ਦੇ ਉੱਪਰ ਪੈਣ ਵਾਲਾ ਹੈ, ਸੋ ਜਿਹੜੇ ਡਰਾਈਵਰ ਰਸਤਿਆਂ ਦੇ ਉੱਪਰ ਜਾਣਗੇ ਉਹਨਾਂ ਨੂੰ ਕਾਫੀ ਸਾਵਧਾਨੀ ਨਾਲ ਵਾਹਨ ਚਲਾਉਣਾ ਪਵੇਗਾ। ਇਸ ਤੋਂ ਇਲਾਵਾ ਗ੍ਰੇਟਰ ਟੋਰਾਂਟੋ ਏਰੀਆ ਦੇ ਕੁਝ ਹਿੱਸਿਆਂ ਵਿੱਚ 15 ਸੈਂਟੀਮੀਟਰ ਤੱਕ ਸਨੋ ਪੈ ਸਕਦੀ ਹੈ। ਇਸ ਤੋਂ ਬਾਅਦ ਦੁਰਹਮ ਕਾਉਂਟੀ, ਪੀਟਰਬਰਗ ਅਤੇ ਹਾਸਟਿੰਗ ਵਿੱਚ 25 ਸੈਂਟੀਮੀਟਰ ਤੱਕ ਸਨੋ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਮੌਕੇ ਰਸਤਿਆਂ ਉੱਪਰ ਜਾਣ ਵਾਲੇ ਡਰਾਈਵਰਾਂ ਨੂੰ ਖਾਸ ਤੌਰ ਤੇ ਉੱਪਰ ਸਲਾਹ ਦਿੱਤੀ ਗਈ ਹੈ ਕਿ ਉਹ ਵਾਹਨ ਸਾਵਧਾਨੀ ਨਾਲ ਚਲਾਉਣ, ਕਿਉਂਕਿ ਵਿਜ਼ਿਬਿਲਟੀ ਪ੍ਰਭਾਵਿਤ ਹੋਏਗੀ ਤੇ ਸਨੋ ਕਾਰਨ ਵੀ ਆਵਾਜਾਈ ਠੱਪ ਹੋ ਸਕਦੀ ਹੈ। ਮੈਨੀਟੋਬਾ ਤੋਂ ਐਮਪੀ ਰਹੇ ਜਿਮ ਕਾਰ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਵੱਲੋਂ ਜਿਮ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਜਿਮ ਨੂੰ ਪ੍ਰੇਰਨਾ ਦੱਸਿਆ। ਮੈਨੀਟੋਬਾ ਤੋਂ ਲਿਬਰਲ ਐਮਪੀ ਅਤੇ ਸਾਬਕਾ ਕੈਬਨਿਟ ਮੰਤਰੀ ਜਿਮ ਕਾਰ ਦੇ ਦੇਹਾਂਤ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਵੱਲੋਂ ਜਿਮ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਿਮ ਨੂੰ ਪ੍ਰੇਰਨਾ ਦੱਸਿਆ ਗਿਆ। ਜਿਮ ਦੀ ਮੌਤ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀ ਵਿਚਾਰ ਸਾਂਝੇ ਕੀਤੇ ਗਏ ਤੇ ਉਹਨਾਂ ਵੱਲੋਂ ਕਿਸ ਤਰ੍ਹਾਂ ਸ਼ਰਧਾਂਜਲੀ ਦਿੱਤੀ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। It is with enormous sadness that we heard of the passing of Jim Carr this morning. I knew he'd been sick for a while, but you can't be ready for these kinds of moments. Jim was an extraordinary man. He was incredibly thoughtful and incredibly passionate about this country, about his region, about the community. Dedicated to service, dedicated to a better future for all Canadians. He was extremely pleased to be able to get his Green Prairie Economy Bill through the House just last week. He was committed to every corner of this country, contributing to a better future for everyone, and he will be missed as a colleague. His legacy will be one of service, one of thoughtful leadership, one of deep and abiding passion for this country and for its people, along with a real commitment to thoughtful solutions that bring people together. He will be forever missed. ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਨਮਾਜ਼ ਦੌਰਾਨ ਹਮਲਾ ਕੀਤਾ ਗਿਆ। ਹਮਲੇ ਸੰਬੰਧੀ ਸਖਤ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਤੱਕ ਕਿਸੇ ਹਮਲਾਵਰ ਨੂੰ ਫੜਿਆ ਗਿਆ ਜਾਂ ਫਿਰ ਨਹੀਂ, ਇਸ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੀ ਰਿਹਾ ਪੂਰਾ ਮਾਮਲਾ, ਕਿਸ ਤਰ੍ਹਾਂ ਹਮਲਾ ਕੀਤਾ ਗਿਆ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ, ਜਿੱਥੇ ਮਸਜਿਦ ਵਿੱਚ ਨਮਾਜ਼ ਦੌਰਾਨ ਹਮਲਾ ਹੋਇਆ ਹੈ, ਜਿਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ। ਜੀ ਹਾਂ, ਟੋਰਾਂਟੋ ਦੀ ਮਸਜਿਦ ਵਿੱਚ ਨਮਾਜ਼ ਦੌਰਾਨ ਇੱਕ ਵਿਅਕਤੀ ਨੇ ਇਮਾਮ ਤੇ ਕਥਿਤ ਤੌਰ ਤੇ ਹਮਲਾ ਕੀਤਾ। ਟੋਰਾਂਟੋ ਦੀ ਇੱਕ ਮਸਜਿਦ ਵਿੱਚ ਸਵੇਰ ਦੀ ਨਮਾਜ਼ ਦੌਰਾਨ ਇਹ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮਸਜਿਦ ਵੱਲੋਂ ਪੁਲਿਸ ਨੂੰ ਅਪੀਲ ਕੀਤੀ ਗਈ ਕਿ ਉਹ ਜਾਂਚ ਦੌਰਾਨ ਸਾਰੇ ਪਹਿਲੂਆਂ ਨੂੰ ਖੁੱਲ੍ਹ ਕੇ ਅੱਗੇ ਰੱਖਣ, ਜਿਸ ਵਿੱਚ ਇਸ ਘਟਨਾ ਦੇ ਨਫ਼ਰਤ ਤੋਂ ਪ੍ਰੇਰਿਤ ਹੋਣ ਦੀ ਸੰਭਾਵਨਾ ਦਾ ਪਹਿਲੂ ਵੀ ਸ਼ਾਮਿਲ ਹੈ। ਇਸਲਾਮਿਕ ਫਾਊਂਡੇਸ਼ਨ ਟੋਰਾਂਟੋ ਨੇ ਇਸ ਬਾਰੇ ਟਵੀਟ ਕੀਤਾ ਤੇ ਦੱਸਿਆ ਕਿ ਇੱਕ ਘੁਸਪੈਠੀਏ ਨੇ ਸਵੇਰ ਦੀ ਨਮਾਜ਼ ਵਿੱਚ ਵਿਘਨ ਪਾਇਆ ਅਤੇ ਇਮਾਮ ਤੇ ਹਮਲਾ ਕਰ ਦਿੱਤਾ।
ਮਸਜਿਦ ਵਿੱਚ ਇਕੱਠੇ ਹੋਏ ਨਮਾਜ਼ੀਆਂ ਵਿੱਚੋਂ 2 ਵਿਅਕਤੀਆਂ ਨੇ ਉਸ ਵਿਅਕਤੀ ਨੂੰ ਤੁਰੰਤ ਕਾਬੂ ਕੀਤਾ ਅਤੇ 911 ਦੇ ਉੱਪਰ ਕਾਲ ਕਰਕੇ ਸੂਚਨਾ ਦਿੱਤੀ। ਇਮਾਮ ਨੇ ਟਵੀਟ ਕੀਤਾ ਕਿ ਅੱਜ ਸਵੇਰ ਨਮਾਜ਼ ਦੌਰਾਨ ਸਾਨੂੰ ਇੱਕ ਭਿਆਨਕ ਘਟਨਾ ਦਾ ਸਾਹਮਣਾ ਕਰਨਾ ਪਿਆ। ਟੋਰਾਂਟੋ ਪੁਲਿਸ ਨੇ ਪੁਸ਼ਟੀ ਕੀਤੀ ਕਿ ਹਮਲੇ ਦੀ ਰਿਪੋਰਟ ਵਾਸਤੇ ਉਹਨਾਂ ਨੂੰ ਸਵੇਰੇ 7 ਵਜੇ ਮਸਜਿਦ ਵਿੱਚ ਬੁਲਾਇਆ ਗਿਆ ਸੀ। ਮੀਡੀਆ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੋਈ ਦੋਸ਼ੀ ਨਹੀਂ ਅਜੇ ਤੱਕ ਉਹਨਾਂ ਨੂੰ ਮਿਲ ਸਕਿਆ। ਕਥਿਤ ਹਮਲਾਵਰ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਨੂੰ ਨਫ਼ਰਤ ਦੇ ਨਾਲ ਪ੍ਰੇਰਿਤ ਅਪਰਾਧ ਨਹੀਂ ਮੰਨਿਆ ਜਾ ਰਿਹਾ ਤੇ ਘਟਨਾ ਤੋਂ ਬਾਅਦ ਉਹ ਵਿਅਕਤੀ ਘਟਨਾ ਸਥਾਨ ਤੋਂ ਚਲਾ ਗਿਆ। ਇੱਕ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਭਾਈਚਾਰੇ ਦਾ ਦਿਲ ਕਾਫੀ ਦੁਖੀ ਹੈ। ਬਿਆਨ ਵਿੱਚ ਪੁਲਿਸ ਨੂੰ ਜਾਂਚ ਵਿੱਚ ਹਰੇਕ ਪਹਿਲੂ ਤੇ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਵਿੱਚ ਨਫ਼ਰਤੀ ਪ੍ਰੇਰਨਾ ਵੀ ਸ਼ਾਮਿਲ ਹੈ। ਕਈ ਸਿਆਸਤਦਾਨਾਂ ਵੱਲੋਂ ਵੀ ਇਸ ਬਾਰੇ ਟਵੀਟ ਕੀਤਾ ਗਿਆ ਤੇ ਉਹਨਾਂ ਨੇ ਘਟਨਾ ਦੀ ਨਿੰਦਾ ਕੀਤੀ ਹੈ। ਟੋਰਾਂਟੋ ਦੇ ਮੇਅਰ ਨੇ ਕਿਹਾ ਕਿ ਇਬਾਦਤ ਦੇ ਸਥਾਨ ਹਮੇਸ਼ਾ ਸੁਰੱਖਿਅਤ ਸਥਾਨ ਹੋਣੇ ਚਾਹੀਦੇ ਨੇ। ਟੋਰੀ ਨੇ ਪੁਲਿਸ ਅਤੇ ਕਥਿਤ ਹਮਲਾਵਰ ਨੂੰ ਕਾਬੂ ਕਰਨ ਵਾਲੇ ਵਿਅਕਤੀਆਂ ਦਾ ਧੰਨਵਾਦ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੈਨੀਟੋਬਾ ਤੋਂ MP ਰਹਿ ਚੁੱਕੇ ਜਿਮ ਕਾਰ ਦਾ ਦੇਹਾਂਤ ਹੋ ਗਿਆ, ਜਿਸ ਬਾਰੇ ਟਵਿੱਟਰ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਮ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਯਾਦ ਕੀਤਾ ਗਿਆ। ਇਸ ਮੌਕੇ ਜਿਮ ਨੂੰ ਅਲੱਗ-ਅਲੱਗ ਹੋਰ ਸ਼ਖਸੀਅਤਾਂ ਵੱਲੋਂ ਕਿਸ ਤਰ੍ਹਾਂ ਯਾਦ ਕੀਤਾ ਗਿਆ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਮੈਨੀਟੋਬਾ ਤੋਂ ਲਿਬਰਲ MP ਅਤੇ ਸਾਬਕਾ ਕੈਬਨਿਟ ਮੰਤਰੀ ਜਿਮ ਦਾ ਦੇਹਾਂਤ ਹੋ ਗਿਆ। ਉਹ ਕੈਂਸਰ ਨਾਲ ਪੀੜਿਤ ਸਨ। ਉਹਨਾਂ ਦੀ ਮੌਤ ਦੀ ਖਬਰ ਹਾਊਸ ਆਫ ਕਾਮਨਸ ਵੱਲੋਂ ਸਾਂਝੀ ਕੀਤੀ ਗਈ ਹੈ। ਦੱਸਦੀਏ ਕਿ ਸਾਲ 2019 ਵਿੱਚ ਫੈਡਰਲ ਚੋਣ ਮੁਹਿੰਮ ਦੌਰਾਨ ਜਿਮ ਨੂੰ ਕੈਂਸਰ ਦਾ ਪੀੜਤ ਪਾਇਆ ਗਿਆ। ਜਿਮ ਦੀ ਉਮਰ 71 ਸਾਲ ਦੇ ਕਰੀਬ ਸੀ। ਪਿਛਲੇ ਹਫ਼ਤੇ ਹੀ ਜਿਮ ਦਾ ਪ੍ਰਾਈਵੇਟ ਮੈਂਬਰ ਬਿੱਲ ਬਿਲਡਿੰਗ ਏ ਗ੍ਰੀਨ ਪੈਰੀ ਇਕੋਨਮੀ ਹਾਊਸ ਆਫ ਕਾਮਨਸ ਵਿੱਚ ਪਾਸ ਹੋਇਆ ਸੀ। ਹੁਣ ਇਸ ਮਾਮਲੇ ਤੋਂ ਬਾਅਦ ਜਿਮ ਦੇ ਪਰਿਵਾਰ ਨੇ ਇੱਕ ਲਿਖਤ ਬਿਆਨ ਵਿੱਚ ਦੱਸਿਆ ਕਿ ਮਹੱਤਵਪੂਰਨ ਕਾਨੂੰਨ ਤੇ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਭਰ ਦੇ ਪਾਰਲੀਮੈਂਟ ਮੈਂਬਰਾਂ ਨਾਲ ਕੰਮ ਕਰਨ ਨੇ ਜਿਮ ਨੂੰ ਊਰਜਾ ਨਾਲ ਭਰ ਦਿੱਤਾ ਅਤੇ ਉਹਨਾਂ ਦੇ ਹੌਸਲੇ ਬੁਲੰਦ ਸਨ। 30 ਸਾਲ ਤੋਂ ਵੱਧ ਸਮੇਂ ਮੈਨੀਟੋਬਾ ਦੇ ਇੱਕ ਸਮਰਪਿਤ ਨੁਮਾਇੰਦੇ ਹੋ ਰਹੇ ਕਾਰੋਬਾਰੀ ਅਤੇ ਕਮਿਊਨਿਟੀ ਲੀਡਰ ਦੇ ਤੌਰ ਤੇ ਉੱਪਰ ਉਹਨਾਂ ਵੱਲੋਂ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ। ਜਿਮ ਦੇ ਟ੍ਰੇਡ ਮਿਨਿਸਟਰ ਦੌਰਾਨ ਉਹਨਾਂ ਦੇ ਚੀਫ ਆਫ ਸਟਾਫ ਰਹੇ ਜੁਲੀਅਨ ਓਵਨਸ ਨੇ ਉਹਨਾਂ ਦੇ ਸਾਬਕਾ ਬੌਸ ਦੀ ਤਾਰੀਫ ਕੀਤੀ। ਉਹਨਾਂ ਦੱਸਿਆ ਕਿ ਜਿਮ ਇੱਕ ਸੱਜਣ ਪੁਰਸ਼ ਸਨ ਤੇ ਉਹ ਇੱਕ ਮਹਾਨ ਸਹਿਯੋਗੀ ਵੀ ਸਨ। ਜਿਮ ਵਿਨੀਪੈਗ ਦੇ ਯਹੂਦੀ ਭਾਈਚਾਰੇ ਦੇ ਇੱਕ ਅਹਿਮ ਮੈਂਬਰ ਸਨ ਤੇ ਉਹ ਪ੍ਰੇਰੀ ਇਲਾਕੇ ਦੇ ਵਿਕਾਸ ਲਈ ਹਮੇਸ਼ਾ ਸਰਗਰਮ ਰਹਿੰਦੇ ਸਨ। ਨਕਲੀ ਪਾਰਕਿੰਗ ਦੇ ਨਾਮ ਦੇ ਉੱਪਰ ਲੁੱਟ ਕੀਤੀ ਜਾ ਰਹੀ ਹੈ। ਨਕਲੀ ਪਾਰਕਿੰਗ ਦੀਆਂ ਪਰਚੀਆਂ ਦਿੱਤੀਆਂ ਜਾ ਰਹੀਆਂ ਨੇ, ਜਿਸ ਤੋਂ ਬਾਅਦ ਹੁਣ ਕਈਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਖਬਰ ਬਰੈਂਪਟਨ ਤੇ ਇੱਕ ਹੋਰ ਹਿੱਸੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਈਆਂ ਨੂੰ ਡਿਜੀਟਲ ਚੋਰੀ ਦਾ ਸ਼ਿਕਾਰ ਬਣਾਇਆ ਗਿਆ। ਮਿਸੀਸਾਗਾ ਤੇ ਬਰੈਂਪਟਨ 'ਚ ਵੱਧ ਰਹੀ ਹੈ ਡਿਜੀਟਲ ਚੋਰੀ। ਨਕਲੀ ਪਾਰਕਿੰਗ ਟਿਕਟਾਂ ਦੇ ਨਾਲ ਚੱਲ ਰਹੀਆਂ ਨੇ ਲੁੱਟਾਂ। ਪਾਰਕਿੰਗ ਟਿਕਟ ਘੁਟਾਲਾ ਮਿਸੀਸਾਗਾ ਤੇ ਬਰੈਂਪਟਨ ਨਿਵਾਸੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ। ਘੁਟਾਲਾ ਇੱਕ ਟੈਸਟ ਸੁਨੇਹੇ ਦੇ ਰੂਪ ਵਿੱਚ ਆਉਂਦਾ ਹੈ ਜੋ ਪ੍ਰਾਪਤਕਰਤਾ ਨੂੰ ਚੇਤਾਵਨੀ ਦਿੰਦਾ ਹੈ ਕਿ ਉਹਨਾਂ ਕੋਲ ਅਦਾਇਗੀਸ਼ੁਦਾ ਪਾਰਕਿੰਗ ਟਿਕਟਾਂ ਨੇ। ਸੁਨੇਹਾ ਕਹਿੰਦਾ ਹੈ ਕਿ ਟਿਕਟਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਫਿਰ ਇਸ ਨਾਲ ਸਜ਼ਾ ਮਿਲੇਗੀ। ਭੇਜਣ ਵਾਲਾ ਫਿਰ ਵਿਅਕਤੀ ਨੂੰ ਵੈਬਸਾਈਟ ਲਿੰਕ ਉੱਤੇ ਕਲਿੱਕ ਕਰਨ ਲਈ ਕਹਿੰਦਾ ਹੈ। ਇਹ ਫਿਸ਼ਿੰਗ ਹੈ। ਲਿੰਕ ਇੱਕ ਧੋਖਾਧੜੀ ਵਾਲੀ ਵੈਬਸਾਈਟ ਵੱਲ ਲੈ ਜਾਵੇਗਾ ਅਤੇ ਘੁਟਾਲਾ ਕਰਨ ਵਾਲਾ ਨਿੱਜੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਤੁਹਾਡੇ ਫੋਨ ਉੱਤੇ ਮੈਲਵੇਅਰ ਖਤਰਨਾਕ ਸੌਫਟਵੇਅਰ ਡਾਊਨਲੋਡ ਕਰਨ ਲਈ ਤੁਹਾਨੂੰ ਧੋਖਾ ਦੇਵੇਗਾ। ਕੈਨੇਡੀਅਨ ਐਂਟੀ ਫਰਾਡ ਸੈਂਟਰ ਦਾ ਕਹਿਣਾ ਹੈ ਕਿ ਕ੍ਰਿਮੀਨਲ ਲੋਕਾਂ ਨੂੰ ਨਿੱਜੀ ਜਾਣਕਾਰੀ ਦੇਣਾ ਅਤੇ ਲਿੰਕਾਂ ਉੱਤੇ ਕਲਿੱਕ ਕਰਨ ਦੇ ਲਈ ਉਹ ਤੁਹਾਨੂੰ ਭਰਮਾਉਣਗੇ ਅਤੇ ਵੱਖ-ਵੱਖ ਚਾਲਾਂ ਦੀ ਵਰਤੋਂ ਕਰਨਗੇ, ਜਿਸ ਤੋਂ ਸਾਨੂੰ ਸਾਰਿਆਂ ਨੂੰ ਸੰਭਲਣ ਦੀ ਲੋੜ ਹੈ। ਧੋਖਾਧੜੀ ਕਰਨ ਵਾਲੇ ਅਕਸਰ ਸਥਿਤੀ ਨੂੰ ਜ਼ਰੂਰੀ ਬਣਾ ਦਿੰਦੇ ਨੇ ਅਤੇ ਇਸ ਨੂੰ ਅਜਿਹਾ ਦਿਖਾਉਂਦੇ ਨੇ ਕਿ ਜਿਵੇਂ ਕਿਸੇ ਅਧਿਕਾਰਿਤ ਸਰੋਤ ਤੋਂ ਆਈ ਹੈ। ਐਂਟੀ ਫਰਾਡ ਸੈਂਟਰ ਨੋਟ ਕਰਦਾ ਹੈ ਕਿ ਸੁਨੇਹਾ ਹਾਲ ਹੀ ਦੇ ਵਿੱਚ ਖਰੀਦੀ ਗਈ ਇੱਕ ਰਸੀਦ, ਇੱਕ ਡਿਲੀਵਰੀ ਨੋਟੀਫਿਕੇਸ਼ਨ ਜਾਂ ਕੁਝ ਹੋਰ ਜ਼ਰੂਰੀ ਰਸੀਦ ਵਾਂਗੂ ਜਾਪਦਾ ਹੈ, ਜਿਵੇਂ ਕਿ ਅਦਾਲਤ ਦੇ ਵਿੱਚ ਪੇਸ਼ ਹੋਣ ਵਾਲਾ ਕੋਈ ਨੋਟਿਸ ਹੋਵੇ। ਜੇਕਰ ਤੁਸੀਂ ਲਿੰਕ ਜਾਂ ਅਟੈਚਮੈਂਟ ਉੱਤੇ ਕਲਿੱਕ ਕਰਦੇ ਹੋ ਤਾਂ ਤੁਹਾਡਾ ਕੰਪਿਊਟਰ ਵਾਇਰਸ ਜਾਂ ਮਾਲਵੇਅਰ ਨਾਲ ਸੰਕਰਮਿਤ ਹੋ ਜਾਵੇਗਾ। ਪਾਰਕਿੰਗ ਟਿਕਟ ਘੁਟਾਲਾ ਇੱਕ ਆਮ ਗੱਲ ਹੈ ਅਤੇ ਐਂਟੀ ਫਰਾਡ ਸੈਂਟਰ ਲੋਕਾਂ ਨੂੰ ਚੇਤਾਵਨੀ ਦਿੰਦਾ ਹੈ ਕਿ ਉਹ ਇਸ ਵਿੱਚ ਨਾ ਫਸੇ। ਪਾਰਕਿੰਗ ਦੀ ਉਲੰਘਣਾ ਕਦੇ ਵੀ ਟੈਕਸਟ ਸੁਨੇਹੇ ਦੁਆਰਾ ਨਹੀਂ ਭੇਜੀ ਜਾਵੇਗੀ। ਉਹ ਹਮੇਸ਼ਾ ਨੋਟ ਕਰਦੇ ਨੇ। ਲਿੰਕ ਉੱਤੇ ਕਲਿੱਕ ਕਰਨ ਦੇ ਨਾਲ ਤੁਹਾਨੂੰ ਤੁਹਾਡੀ ਪਛਾਣ ਦੀ ਧੋਖਾਧੜੀ ਦਾ ਖਤਰਾ ਹੋ ਸਕਦਾ ਹੈ। ਓਨਟਾਰੀਓ ਦੀ ਇੱਕ ਔਰਤ ਦੀ ਕਿਸਮਤ ਜਾਗੀ ਤੇ ਉਸ ਵੱਲੋਂ ਲਾਟਰੀ ਦੇ ਵਿੱਚ ਭਾਰੀ ਇਨਾਮ ਜਿੱਤਿਆ ਗਿਆ। ਇਸ ਔਰਤ ਦਾ ਕਹਿਣਾ ਹੈ ਕਿ ਹਰ ਵਾਰ ਉਹ ਨੰਬਰ ਦੇ ਉੱਪਰ ਖੇਡਦੀ ਸੀ ਤੇ ਇਸ ਵਾਰ ਉਸ ਨੂੰ ਸਫਲਤਾ ਮਿਲੀ ਹੈ। ਓਨਟਾਰੀਓ ਦੀ ਔਰਤ ਨੇ ਜਿੱਤੇ ਲੱਖਾਂ ਡਾਲਰ। ਹਰ ਵਾਰ ਖੇਡ ਰਹੀ ਸੀ ਇੱਕੋ ਨੰਬਰ।
ਓਨਟਾਰੀਓ ਦੀ ਇੱਕ ਔਰਤ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਨੇ ਲੋਟੋ 649 ਜੈਕਪਾਟ ਵਿੱਚ ਲੱਖਾਂ ਡਾਲਰ ਜਿੱਤੇ ਨੇ ਤਾਂ ਉਸ ਨੂੰ ਲੱਗਿਆ ਕਿ ਸ਼ਾਇਦ ਉਸ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਬਰੈਂਪਟਨ ਨਿਵਾਸੀ ਨੈਂਸੀ ਗਾਰਡਨਰ, ਜਿਸਨੇ $5 ਮਿਲੀਅਨ ਦੀ ਕੀਮਤ ਦਾ 26 ਅਕਤੂਬਰ ਦਾ ਲੋਟੋ 649 ਜੈਕਪਾਟ ਸਾਂਝਾ ਕਰਨ ਵਾਲੇ ਦੋ ਜੇਤੂਆਂ ਵਿੱਚੋਂ ਇੱਕ ਹੈ, ਜੋ ਹੁਣ 2.5 ਮਿਲੀਅਨ ਦਾ ਘਰ ਲੈਣ ਦਾ ਪਲਾਨ ਬਣਾ ਰਹੀ ਹੈ। ਓਨਟਾਰੀਓ ਲੋਟਰੀ ਐਂਡ ਗੇਮਿੰਗ ਕਾਰਪੋਰੇਸ਼ਨ ਦੁਆਰਾ ਜਾਰੀ ਕੀਤੀ ਇੱਕ ਰਿਲੀਜ਼ ਦੇ ਵਿੱਚ ਗਾਰਡਨਰ ਨੇ ਕਿਹਾ ਕਿ ਉਹ ਸਾਲਾਂ ਤੋਂ ਇੱਕੋ ਨੰਬਰ ਖੇਡ ਰਹੀ ਸੀ, ਪਰ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਜਿੱਤ ਜਾਵੇਗੀ। ਗਾਰਡਨਰ ਨੇ ਆਪਣੇ ਰਿਲੀਜ਼ ਵਿੱਚ ਕਿਹਾ ਕਿ ਉਸਨੇ OLG.ca ਉੱਤੇ ਜਿੱਤਣ ਵਾਲੇ ਨੰਬਰਾਂ ਦੀ ਜਾਂਚ ਕੀਤੀ ਅਤੇ ਸੋਚਿਆ ਕਿ ਸ਼ਾਇਦ OLG ਉਸ ਨਾਲ ਮਜ਼ਾਕ ਕਰ ਰਿਹਾ ਹੈ। ਉਸਨੇ ਕਿਹਾ ਕਿ ਉਹ ਕੰਬ ਰਹੀ ਸੀ ਅਤੇ ਵਿਸ਼ਵਾਸ ਨਹੀਂ ਕਰ ਸਕਦੀ ਸੀ। ਗਾਰਡਨਰ, ਜੋ ਕਿ ਹੁਣ ਰਿਟਾਇਰ ਹੋ ਚੁੱਕੇ ਨੇ, ਉਸਨੇ ਕਿਹਾ ਕਿ ਆਪਣੀ ਜਿੱਤ ਦੇ ਨਾਲ ਉਹ ਆਪਣੇ ਪਰਿਵਾਰ ਦੀ ਮਦਦ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਇੱਕ ਨਵਾਂ ਘਰ ਖਰੀਦਣ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ। ਦੱਸ ਦਈਏ ਕਿ ਜੇਤੂ ਟਿਕਟ ਬਰੈਂਪਟਨ ਓਨਟਾਰੀਓ ਵਿੱਚ ਇੰਸ ਮਾਰਕੀਟ ਤੋਂ ਖਰੀਦੀ ਗਈ ਸੀ। ਲੋਟੋ 649 ਡਰਾ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਹੁੰਦੇ ਨੇ ਤੇ ਪ੍ਰਤੀ ਖੇਡ $3 ਦੀ ਲਾਗਤ ਹੁੰਦੀ ਹੈ। ਫਿਕਸਡ ਰੇਟ ਮਾਰਗੇਜ ਵਾਲਿਆਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਵਿਆਜ ਦਰਾਂ ਦੇ ਕਾਰਨ ਇਹ ਵੀ ਪ੍ਰਭਾਵਿਤ ਹੋ ਰਹੀਆਂ ਨੇ। ਦੱਸ ਦਈਏ ਕਿ ਬੈਂਕ ਆਫ ਕੈਨੇਡਾ ਵੱਲੋਂ 7 ਵਾਰ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ, ਜਿਸ ਤੋਂ ਬਾਅਦ ਅਲੱਗ-ਅਲੱਗ ਚੀਜ਼ਾਂ ਪ੍ਰਭਾਵਿਤ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਫਿਕਸਡ ਰੇਟ ਮਾਰਗੇਜ ਵਾਲੇ ਕੈਨੇਡੀਅਨਸ ਨੂੰ ਮੁਸ਼ਕਿਲਾਂ, ਉੱਚੀਆਂ ਵਿਆਜ ਦਰਾਂ 'ਚ ਭੁਗਤਾਨ ਦੀ ਹੋਈ ਚਿੰਤਾ। 2022 ਵਿੱਚ ਬੈਂਕ ਆਫ ਕੈਨੇਡਾ ਦੁਆਰਾ ਲਾਗੂ ਕੀਤੇ 7 ਵਾਰ ਦਰਾਂ ਵਿੱਚ ਵਾਧੇ ਤੋਂ ਬਾਅਦ ਫਿਕਸਡ ਰੇਟ ਮਾਰਗੇਜ ਵਾਲੇ ਕੈਨੇਡੀਅਨਸ ਦੀਆਂ ਮੁਸ਼ਕਲਾਂ ਹੁਣ ਹੋਰ ਵੱਧ ਗਈਆਂ ਨੇ। ਉਹਨਾਂ ਕਿਹਾ ਕਿ ਉਹ ਨਹੀਂ ਕਰ ਸਕਦੇ ਮਾਰਗੇਜ ਭੁਗਤਾਨ। ਕੈਨੇਡਾ 'ਚ ਰਹਿਣ ਵਾਲੇ ਲੋਕ ਜੋ ਫਿਕਸਡ ਰੇਟ ਮਾਰਗੇਜ ਦਿੰਦੇ ਨੇ, ਉਹ ਮਾਰਚ ਵਿੱਚ ਆਉਣ ਵਾਲੇ ਨਵੀਨੀਕਰਨ ਦਾ ਭੁਗਤਾਨ ਨਹੀਂ ਕਰ ਪਾਣਗੇ। ਕੁਝ ਲੋਕਾਂ ਨੇ ਕਿਹਾ ਕਿ ਉਹਨਾਂ ਕੋਲ ਆਪਣਾ ਘਰ ਵੇਚਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਲੋਕਾਂ ਨੇ ਇਹ ਵੀ ਕਿਹਾ ਕਿ ਅਸੀਂ ਇਸ ਸਮੇਂ ਸਮਾਨ ਪੈਕ ਕਰ ਰਹੇ ਹਾਂ, ਇਸ ਨੂੰ ਰੀਨਿਊ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੋਣ ਜਾ ਰਿਹਾ ਹੈ ਕਿਉਂਕਿ ਵਿਆਜ ਦਰ ਦੁੱਗਣੀ ਹੋਣ ਜਾ ਰਹੀ ਹੈ। ਉਹਨਾਂ ਦੱਸਿਆ ਕਿ ਨਿਸ਼ਚਿਤ ਆਮਦਨ ਵਾਲੇ ਪਰਿਵਾਰ ਲਈ ਵੀ ਭੁਗਤਾਨ ਕਰਨਾ ਸੌਖਾ ਨਹੀਂ ਹੋਵੇਗਾ। ਦੱਸ ਦਈਏ ਕਿ ਦਰਜਨ ਕੈਨੇਡੀਅਨਸ ਇਸ ਵਕਤ ਚਿੰਤਿਤ ਨੇ। ਅਜਿਹੇ ਹੀ ਇੱਕ ਜੋੜੇ ਵੱਲੋਂ ਪੈਸੇ ਬਚਾਉਣ ਦੀ ਕੋਸ਼ਿਸ਼ ਵਿੱਚ ਘਰ ਵੇਚਣ ਅਤੇ ਛੋਟਾ ਸਸਤਾ ਘਰ ਖਰੀਦਣ ਦਾ ਫੈਸਲਾ ਕੀਤਾ ਗਿਆ। ਉਹਨਾਂ ਕਿਹਾ ਕਿ ਜਨਵਰੀ ਦੇ ਸ਼ੁਰੂ ਵਿੱਚ ਹੀ ਆਪਣੇ ਘਰ ਦੀ ਸੂਚੀ ਬਣਾਉਣ ਦੀ ਯੋਜਨਾ ਬਣਾ ਰਹੇ ਨੇ। ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹੀ ਜਾਣਕਾਰੀ ਸਾਹਮਣੇ ਜਿੱਥੇ ਮੁੱਦਾ ਚੁੱਕਿਆ ਗਿਆ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਇੱਥੇ ਆਟੋ ਪਾਲਿਸੀ ਜ਼ਿਆਦਾ ਮਹਿੰਗੀ ਹੈ। ਇਹ ਖਬਰ ਐਲਬਰਟਾ ਸੂਬੇ ਦੇ ਨਾਲ ਜੁੜੀ ਹੋਈ ਹੈ, ਜਿੱਥੇ ਹੁਣ ਲਗਾਤਾਰ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਐਲਬਰਟਾ ਦੇ ਡਰਾਈਵਰਾਂ ਦੇ ਨਾਲ ਵਿਤਕਰਾ ਜਾਂ ਫਿਰ ਬੁਰਾ ਤਾਂ ਨਹੀਂ ਹੋ ਰਿਹਾ। ਕਿ ਐਲਬਰਟਾ ਦੇ ਡਰਾਈਵਰਾਂ ਨਾਲ ਹੋ ਰਹੀ ਹੈ ਮਾੜੀ, ਕਿਉਂਕਿ ਹੋਰਾਂ ਸੂਬਿਆਂ ਨਾਲੋਂ ਸਭ ਤੋਂ ਮਹਿੰਗੀ ਵਿਕ ਰਹੀ ਹੈ ਆਟੋ ਪਾਲਿਸੀ। ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਕਿ ਐਲਬਰਟਾ ਦੇ ਡਰਾਈਵਰ ਆਪਣੇ ਵਾਹਨਾਂ ਦਾ ਬੀਮਾ ਕਰਾਉਣ ਲਈ ਬਹੁਤ ਜ਼ਿਆਦਾ ਭੁਗਤਾਨ ਕਰ ਰਹੇ ਨੇ, ਜਿਸ ਨਾਲ ਵਿਰੋਧੀ ਧਿਰ ਵੱਲੋਂ ਫਿਲਹਾਲ ਅੱਗ ਵਿੱਚ ਤੇਲ ਪਾਇਆ ਜਾ ਰਿਹਾ ਕਿ ਸਰਕਾਰ ਵਸਨੀਕਾਂ ਨੂੰ ਤੰਗ ਕਰ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਬੀਮਾ ਕਾਰਪੋਰੇਸ਼ਨ ਨੇ ਲੇਖਾਕਾਰੀ ਫਰਮ ਅਰਨਸਟ ਐਂਡ ਯੰਗ ਨੂੰ ਇਸ ਮੁੱਦੇ ਦੀ ਘੋਖ ਪੜਤਾਲ ਕਰਨ ਲਈ ਕਿਹਾ ਅਤੇ ਕੈਨੇਡਾ ਭਰ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਦਰਾਂ ਦੀ ਤੁਲਨਾ ਕਰਨ ਦਾ ਵੀ ਹੁਕਮ ਦਿੱਤਾ। ਇਹ ਰਿਪੋਰਟ ਵੱਖ-ਵੱਖ ਉਮਰਾਂ ਅਤੇ ਡਰਾਈਵਿੰਗ ਅਨੁਭਵ ਦੇ 30 ਗਾਹਕ ਪ੍ਰੋਫਾਈਲਾਂ ਦੇ ਨਾਲ ਸਾਹਮਣੇ ਆਈ ਹੈ ਅਤੇ ਇਹ ਨਿਸ਼ਚਿਤ ਹੋਇਆ ਕਿ ਅਲਬਰਟਾ ਦੇ ਡਰਾਈਵਰ ਇੰਸ਼ੋਰੈਂਸ ਲਈ ਹੋਰ ਕੈਨੇਡੀਅਨਸ ਨਾਲੋਂ ਬਹੁਤ ਜ਼ਿਆਦਾ ਭੁਗਤਾਨ ਕਰ ਰਹੇ ਨੇ। ਜੇਕਰ ਇੱਕ ਵਿਅਕਤੀ ਸਕੈਚਵਾਨ ਵਿੱਚ ਸਿਰਫ $1100 ਦਾ ਭੁਗਤਾਨ ਕਰ ਰਿਹਾ ਤਾਂ ਉਹੀ ਵਿਅਕਤੀ ਅਲਬਰਟਾ ਵਿੱਚ ਆਟੋ ਪਾਲਿਸੀ ਦੀ ਕੀਮਤ $5900 ਦੇ ਰਿਹਾ ਹੈ। ਅਧਿਕਾਰਿਤ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਗੱਲ ਦੀ ਸਪਸ਼ਟ ਉਦਾਹਰਣ ਹੈ ਕਿ ਅਲਬਰਟਾ ਵਿੱਚ ਚੀਜ਼ਾਂ ਕਿਵੇਂ ਕਾਬੂ ਤੋਂ ਬਾਹਰ ਹੈ। ਅਲਬਰਟਾ NDP ਲੀਡਰ ਰੇਚਲ ਨੋਟਲੇ ਨੇ ਸੋਮਵਾਰ ਨੂੰ ਕਿਹਾ ਕਿ ਉਹ ਨਿਯਮਤ ਅਲਬਰਟਾ ਵਾਸੀਆਂ ਲਈ ਸਮਰਥਾ ਨੂੰ ਨੁਕਸਾਨ ਪਹੁੰਚਾ ਰਹੇ ਨੇ। ਅਖੌਤੀ ਮਹਿੰਗਾਈ ਯੋਜਨਾ ਵਿੱਚ ਇਸ ਨਾਲ ਨਜਿੱਠਣ ਦੇ ਲਈ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਪ੍ਰੀਮੀਅਮ ਡੈਨੀਅਲ ਸਮਿਥ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਜੋ ਹੋ ਰਿਹਾ ਉਸ ਤੇ ਨਜ਼ਰ ਮਾਰੇਗੀ। ਉਹਨਾਂ ਕਿਹਾ ਕਿ ਲੋੜੀਂਦੀ ਚੀਜ਼ ਉੱਤੇ ਐਕਸ਼ਨ ਲਿਆ ਜਾਵੇਗਾ। ਵਿਰੋਧੀ ਧਿਰ ਦਾ ਕਹਿਣਾ ਹੈ ਕਿ UCP ਦੇ ਤਹਿਤ ਉੱਚ ਪ੍ਰੀਮੀਅਮਾਂ ਦੇ ਕਾਰਨ ਬੀਮਾ ਕੰਪਨੀਆਂ ਨੇ 2020 ਵਿੱਚ $1 ਬਿਲੀਅਨ ਤੋਂ ਵੱਧ ਮੁਨਾਫੇ ਦਾ ਆਨੰਦ ਮਾਣਿਆ। ਕੈਲਗਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਡਰਾਈਵਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਇੱਕ ਦੀ ਜਾਨ ਚਲੀ ਗਈ। ਇਸ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਬਹਿਸ ਤੋਂ ਬਾਅਦ ਹੋਈ ਸੀ ਡਰਾਈਵਰਾਂ ਦੀ ਲੜਾਈ, ਪਰ ਆਪਣੀ ਹੀ ਗਲਤੀ ਨਾਲ ਹੋਈ ਇੱਕ ਦੀ ਮੌਤ।
ਕੈਲਗਰੀ ਪੁਲਿਸ ਹਫ਼ਤੇ ਦੇ ਅੰਤ ਵਿੱਚ ਹੋਈ ਮੌਤ ਦੇ ਆਲੇ ਦੁਆਲੇ ਦੇ ਅਜੀਬੋ-ਗਰੀਬ ਹਾਲਾਤਾਂ ਉੱਤੇ ਕੁਝ ਰੋਸ਼ਨੀ ਪਾ ਰਹੀ ਹੈ, ਜੋ ਡਰਾਈਵਰਾਂ ਵਿਚਕਾਰ ਲੜਾਈ ਤੋਂ ਬਾਅਦ ਹੋਈ ਸੀ। ਇਸ ਘਟਨਾ ਵਿੱਚ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਦੂਜੇ ਦੀ ਉਸ ਦੇ ਵਾਹਨ ਦੇ ਨੇੜੇ ਹੀ ਮੌਤ ਹੋ ਗਈ। ਕੈਲਗਰੀ ਪੁਲਿਸ ਸੇਵਾ ਦੀ ਹੋਮਿਸਾਈਡ ਯੂਨਿਟ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਮੌਤ ਅਪਰਾਧਿਕ ਰੂਪ ਵਿੱਚ ਨਹੀਂ ਹੋਈ ਸੀ, ਤਾਂ ਹੀ ਕੋਈ ਦੋਸ਼ ਨਹੀਂ ਲਗਾਇਆ ਜਾਵੇਗਾ। ਹਾਲਾਂਕਿ ਪੁਲਿਸ ਨੇ ਪੀੜਤ ਦਾ ਨਾਮ ਨਹੀਂ ਦੱਸਿਆ, ਪਰ ਦੋਸਤਾਂ ਨੇ ਉਸ ਦੀ ਪਛਾਣ ਅਬਦੁਲ ਗੈਬੀ ਟੈਸ਼ਟ ਵਜੋਂ ਕੀਤੀ ਹੈ। ਮੰਗਲਵਾਰ ਨੂੰ ਪੁਲਿਸ ਨੇ ਇਸ ਬਾਰੇ ਵੇਰਵੇ ਜਾਰੀ ਕੀਤੇ। ਮੌਤ ਹਾਦਸਾਗ੍ਰਸਤ ਸੀ। ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਦੀ ਮੌਤ ਦੁਰਘਟਨਾ ਅਤੇ ਆਪਣੇ ਆਪ ਦੇ ਕਾਰਨ ਹੋਈ ਸੀ। ਘਟਨਾ ਰਾਤ 9 ਵਜੇ ਤੋਂ ਬਾਅਦ ਸ਼ੁਰੂ ਹੋਈ। ਸ਼ਨੀਵਾਰ ਨੂੰ ਜਦੋਂ ਟੈਸ਼ਟ ਅਤੇ ਇੱਕ ਹੋਰ ਡਰਾਈਵਰ 12 ਐਵਨਿਊ NW ਦੇ 200 ਬਲਾਕ ਵਿੱਚ ਆਪਸ ਵਿੱਚ ਗਹਿਮੋ-ਗਹਿਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਟੈਸ਼ਟ ਨੇ ਇੱਕ ਚਾਕੂ ਫੜਿਆ ਹੋਇਆ ਸੀ ਤੇ ਦੂਜੇ ਡਰਾਈਵਰ, ਜਿਸ ਦੀ ਉਮਰ 35 ਸਾਲ ਸੀ, ਉਸ ਨੂੰ ਧਮਕੀ ਵੀ ਦਿੱਤੀ। ਜਾਂਚਕਰਤਾਵਾਂ ਨੇ ਕਿਹਾ ਕਿ ਘਟਨਾ ਸਰੀਰਕ ਲੜਾਈ ਤੱਕ ਵਧੀ, ਜਿਸ ਵਿੱਚ 35 ਸਾਲਾ ਵਿਅਕਤੀ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਝਗੜੇ ਦੇ ਦੌਰਾਨ ਚਾਕੂ ਨਾਲ ਟੈਸ਼ਟ ਕੋਲੋਂ ਆਪਣੇ ਆਪ ਉੱਤੇ ਹੀ ਸੱਟ ਲੱਗ ਗਈ, ਜਿਸ ਤੋਂ ਬਾਅਦ ਉਸਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਬੇਹੋਸ਼ ਹੋ ਗਿਆ ਅਤੇ ਬਾਅਦ ਵਿੱਚ 22 ਸਟਰੀਟ NW ਦੇ 1500 ਬਲਾਕ ਵਿੱਚ ਇੱਕ ਲਾਈਟ ਪੋਸਟ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਉਸ ਨੂੰ ਲੱਭਿਆ ਗਿਆ ਅਤੇ ਘਟਨਾ ਸਥਾਨ ਉੱਤੇ ਹੀ ਉਸ ਨੂੰ ਮ੍ਰਿਤਕ ਐਲਾਨਿਆ ਗਿਆ। ਮੌਤ ਨੂੰ ਕਤਲ ਨਹੀਂ ਮੰਨਿਆ ਜਾ ਸਕਦਾ। ਸਟਾਫ ਸਾਰਜੈਂਟ ਸੀਨ ਗ੍ਰੈਗਸਨ ਨੇ ਕਿਹਾ ਕਿ ਇਹ ਇੱਕ ਦੁਖਦਾਈ ਗੱਲ ਹੈ, ਜਿਸ ਦੇ ਕਾਰਨ ਡਰਾਈਵਿੰਗ ਨੂੰ ਲੈ ਕੇ ਇੱਕ ਸਧਾਰਨ ਵਿਵਾਦ ਦੇ ਵਿਨਾਸ਼ਕਾਰੀ ਨਤੀਜੇ ਨਿਕਲੇ ਨੇ। ਉਹਨਾਂ ਕਿਹਾ ਕਿ ਸਾਡੇ ਕੋਲ ਹੁਣ 2 ਪਰਿਵਾਰ ਅਜਿਹੇ ਨੇ ਜੋ ਹਮੇਸ਼ਾ ਲਈ ਇਸ ਘਟਨਾ ਨਾਲ ਪ੍ਰਭਾਵਿਤ ਰਹਿਣਗੇ। ਇਹ ਕਠੋਰ ਚੀਜ਼ ਯਾਦ ਦਿਲਾਉਂਦਾ ਹੈ ਕਿ ਇੱਕ ਟਕਰਾਅ, ਖਾਸ ਕਰਕੇ ਹਥਿਆਰਾਂ ਨਾਲ, ਕਦੇ ਵੀ ਸਕਾਰਾਤਮਕ ਨਤੀਜਾ ਨਹੀਂ ਲਿਆਉਂਦੇ। ਬਾਰਡਰ ਦੇ ਉੱਪਰ ਲਗਾਈਆਂ ਪਾਬੰਦੀਆਂ ਖਤਮ ਹੋਣ ਜਾ ਰਹੀਆਂ ਨੇ। ਇਹ ਪਾਬੰਦੀਆਂ 21 ਦਸੰਬਰ ਨੂੰ ਖਤਮ ਹੋਣ ਵਾਲੀਆਂ ਹਨ, ਜਿਸ ਤੋਂ ਬਾਅਦ ਬਾਰਡਰ ਰਾਹੀਂ ਆਉਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਸਕਦੀ ਹੈ। ਅਧਿਕਾਰੀਆਂ ਵੱਲੋਂ ਵੀ ਲਗਾਤਾਰ ਇਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। 21 ਦਸੰਬਰ ਨੂੰ ਖਤਮ ਹੋ ਰਿਹਾ ਟਾਈਟਲ 42। ਪ੍ਰਵਾਸੀਆਂ ਦੀ ਗਿਣਤੀ 'ਚ ਹੋਵੇਗਾ ਭਾਰਾ ਵਾਧਾ। ਇੱਕ ਸੀਨੀਅਰ ਸਰਹੱਦੀ ਅਧਿਕਾਰੀ ਨੇ ਕਿਹਾ ਕਿ ਹਫ਼ਤੇ ਦੇ ਅੰਤ ਵਿੱਚ ਐਲ ਪਾਸੋ, ਟੈਕਸਸ ਦੇ ਨੇੜੇ 2400 ਤੋਂ ਵੱਧ ਪ੍ਰਵਾਸੀ ਹਰ ਰੋਜ਼ ਅਮਰੀਕਾ ਵਿੱਚ ਦਾਖਲ ਹੋ ਰਹੇ ਨੇ, ਜਿਸ ਨੂੰ ਉਸਨੇ ਖੇਤਰ ਵਿੱਚ ਗੈਰ ਕਾਨੂੰਨੀ ਲਾਂਘਿਆਂ ਵਿੱਚ ਬੜਾ ਵੱਡਾ ਵਾਧਾ ਦੱਸਿਆ। ਅਧਿਕਾਰੀ ਚਿੰਤਾ ਜ਼ਾਹਰ ਕਰ ਰਹੇ ਨੇ ਕਿ 21 ਦਸੰਬਰ ਨੂੰ ਟਾਈਟਲ 42 ਵਜੋਂ ਜਾਣੀ ਜਾਂਦੀ ਟਰੰਪ ਯੁੱਗ ਦੀ ਸਰਹੱਦੀ ਨੀਤੀ ਦੇ ਖਤਮ ਹੋਣ ਤੇ ਪ੍ਰਵਾਸੀਆਂ ਦੀ ਇੱਕ ਵੱਡੀ ਲਹਿਰ ਆਵੇਗੀ। ਬਾਈਡਨ ਪ੍ਰਸ਼ਾਸਨ ਕਾਂਗਰਸ ਤੋਂ $3 ਬਿਲੀਅਨ ਤੋਂ ਵੱਧ ਦੀ ਰਕਮ ਦੀ ਮੰਗ ਕਰ ਰਿਹਾ, ਕਿਉਂਕਿ ਨੀਤੀ ਦੇ ਅੰਤ ਦੀ ਤਿਆਰੀ ਚੱਲ ਰਹੀ ਹੈ। ਟੀਮ ਇਹ ਯਕੀਨੀ ਬਣਾਉਣ ਲਈ ਸੱਚਮੁੱਚ ਸਖਤ ਮਿਹਨਤ ਕਰ ਰਹੀ ਹੈ ਕਿ ਟਾਈਟਲ 42 ਦੀ ਮਿਆਦ ਪੁੱਗਣ ਦਾ ਪ੍ਰਬੰਧ ਕਰਨ ਲਈ ਚੰਗੇ ਕਦਮ ਚੁੱਕੇ ਜਾਣ ਅਤੇ ਅਜਿਹੀ ਪ੍ਰਕਿਰਿਆ ਨੂੰ ਲਾਗੂ ਕਰਨ ਜੋ ਵਿਵਸਥਿਤ ਅਤੇ ਮਨੁੱਖੀ ਹੋਵੇ। ਉਹਨਾਂ ਕਿਹਾ ਕਿ ਅਸੀਂ ਅਜਿਹਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਅਸੀਂ ਆਪਣੀ ਸੁਰੱਖਿਆ ਚਿੰਤਾਵਾਂ ਦੀ ਰੱਖਿਆ ਵੀ ਕਰ ਸਕਦੇ ਹਾਂ। ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਸੋਮਵਾਰ ਨੂੰ ਕਿਹਾ ਕਿ ਟਾਈਟਲ 42 ਨੂੰ ਖਤਮ ਕਰਨ ਦੇ ਫੈਸਲੇ ਨਾਲ ਪਨਾਹ ਮੰਗਣ ਵਾਲੇ ਪ੍ਰਵਾਸੀਆਂ ਵਿੱਚ ਵਾਧਾ ਹੋ ਸਕਦਾ ਹੈ, ਜਿਨ੍ਹਾਂ ਨੂੰ ਸਰਹੱਦੀ ਰਾਜ ਦੇ ਭਾਈਚਾਰਿਆਂ ਵਿੱਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਰਿਹਾ ਕੀਤਾ ਗਿਆ ਸੀ। ਟਾਈਟਲ 42 ਕੱਢੇ ਜਾਣ ਦੀ ਨੀਤੀ ਦੇ ਤਹਿਤ ਪਿਛਲੇ 2 ਸਾਲਾਂ ਵਿੱਚ ਪ੍ਰਵਾਸੀਆਂ ਨੂੰ 2 ਮਿਲੀਅਨ ਤੋਂ ਵੱਧ ਵਾਰ ਸ਼ਰਨ ਦੇਣ ਤੋਂ ਇਨਕਾਰ ਕੀਤਾ ਗਿਆ। ਦੱਸ ਦਈਏ ਕਿ ਟਾਈਟਲ 42 ਮਾਰਚ 2020 ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਅਧੀਨ ਪੇਸ਼ ਕੀਤਾ ਗਿਆ ਸੀ, ਜਿਸ ਨਾਲ ਸਰਹੱਦੀ ਅਧਿਕਾਰੀਆਂ ਨੂੰ ਪ੍ਰਵਾਸੀਆਂ ਨੂੰ ਜਲਦੀ ਬਾਹਰ ਕੱਢਣ ਅਤੇ ਪਨਾਹ ਲੈਣ ਵਾਲਿਆਂ ਲਈ ਪ੍ਰਵੇਸ਼ ਦੇ ਅਧਿਕਾਰਿਤ ਬੰਦਰਗਾਹਾਂ ਨੂੰ ਬੰਦ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਬਾਈਡਨ ਪ੍ਰਸ਼ਾਸਨ ਦੇ ਅਧੀਨ ਨੀਤੀ ਦੀ ਵਰਤੋਂ US ਮੈਕਸੀਕੋ ਸਰਹੱਦ ਦੇ ਨਾਲ ਪ੍ਰਵਾਸੀਆਂ ਦੀ ਪ੍ਰਵਾਹ ਨੂੰ ਘਟਾਉਣ ਲਈ ਕੀਤੀ ਜਾਂਦੀ ਰਹੀ। ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਦੇ ਉੱਪਰ। ਸੁਪਰ ਵੀਜ਼ਾ ਵਾਲਿਆਂ ਨੂੰ ਮੈਡੀਕਲ ਇੰਸ਼ੋਰੈਂਸ 'ਚ ਮਿਲੀ ਰਾਹਤ, ਹੁਣ ਕਿਸ਼ਤਾਂ ਵਿੱਚ ਦੇ ਸਕਦੇ ਹਨ ਮੈਡੀਕਲ ਇੰਸ਼ੋਰੈਂਸ। ਜਗਮੀਤ ਸਿੰਘ ਦੀ ਧਮਕੀ ਤੇ ਟਰੂਡੋ ਦਾ ਬਿਆਨ, ਹੈਲਥ ਸੰਕਟ ਤੋਂ ਬਾਅਦ ਘਿਰੀ ਸਰਕਾਰ। ਭਾਰੀ ਸਨੋ ਪੈਣ ਦੀ ਚੇਤਾਵਨੀ, ਜਾਣੋ ਕਿਹੜੇ ਹਿੱਸੇ ਹੋਣਗੇ ਪ੍ਰਭਾਵਿਤ। ਜਿਮ ਕਾਰ ਨੂੰ ਟਰੂਡੋ ਦੀ ਸ਼ਰਧਾਂਜਲੀ, ਟਰੂਡੋ ਨੇ ਜਿਮ ਨੂੰ ਕੀਤਾ ਯਾਦ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ TV ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।